ਵੀ ਉਹ ਨਲਾਇਕ ਨਹੀਂ ਹੈ। ਉਹਨਾਂ ਨੇ ਉਸ ਸਰਕਾਰ ਨੂੰ ਹਰਾਤਾ ਜਿਸ ਸਰਕਾਰ ਕੋਲੋਂ 92 ਵਿਧਾਇਕ, 2 ਮੁੱਖ ਮੰਤਰੀ, ਫਿਰ ਦਿੱਲੀੋਂ ਡਿਪਟੀ ਸੀਐਮ ਆਏ, ਰੋਡ ਸ਼ੋਅ ਵੱਡੇ ਹੋਏ। ਅਮਨ ਅਰੋੜਾ 75,000 ਦੇ ਕਰੀਬ ਜਿੱਤਿਆ। 3.5 ਲੱਖ ਦੇ ਲੀਡ ਆ। 3 ਮਹੀਨਿਆਂ 'ਚ ਲੋਕਾਂ ਨੇ ਪੱਟੀ ਪੋਚ ਕੇ ਰੱਖਦੀ। ਝਾੜੂ ਤੀਲਾ ਕਰ ਦੋ। ਭਗਵੰਤ ਮਾਨ ਸਿਸਟਮ ਨਹੀਂ ਚਲਾ ਪਾਇਆ, ਸਿਸਟਮ ਨੂੰ ਸਮਝ ਨਹੀਂ ਪਾਏਗਾ। ਸਮੁੱਚੀ ਜਿਹੜੀ ਟੀਮ ਇਹਨਾਂ ਦੀ ਪੰਜਾਬ ਨੂੰ ਸਮਝ ਨਹੀਂ ਪਾਈ। ਦਿੱਲੀ ਵਾਲੇ ਚਲਾ ਰਹੇ ਨੇ। ਦੂਜਾ, ਤੁਸੀਂ ਇੱਕ ਮੁੱਖ ਮੰਤਰੀ ਆ, ਮੁੱਖ ਮੰਤਰੀ ਦੇ ਅਹੁਦੇ ਦੀ ਜਿਹੜੀ ਕੁਰਸੀ ਦੀ ਤੁਸੀਂ ਤਹੀਨ ਕਰ ਰਹੇ ਹੋ, ਉਹਦੀ ਇੱਕ ਸਟੇਟਸ ਹੁੰਦਾ, ਇੱਕ ਸੀਐਮ ਆ। ਤੁਸੀਂ 3 ਕਰੋੜ ਪੰਜਾਬੀਆਂ ਦੀ ਇੱਕ ਆਵਾਜ਼ ਹੈ, ਤੁਸੀਂ ਮਾਈ ਬਾਪ ਹੋ, ਤੇ ਤੁਸੀਂ ਉੱਥੇ ਕਮਾਂਡੋ ਵਾਂਗੂ ਲਟਕਦੇ ਫਿਰਦੇ ਹੈਗੇ ਨੇ। ਮੈਂ ਇੰਨੀ ਲਾਪਰਵਾਹੀ ਜਾਂ ਬੇਪਰਵਾਹ ਸਰਕਾਰ ਨਹੀਂ ਦੇਖੀ ਹੈਗੀ ਕਿ ਤੁਸੀਂ ਸਿਕਿਉਰਿਟੀ ਪਹਿਲਾਂ ਵਾਪਸ ਲੈਂਦੇ ਹੋ, ਫਿਰ ਤੁਸੀਂ ਟਵੀਟ ਕਰਦੇ ਹੋ। ਜਿਹੜੇ ਵਿਕਰਮਜੀਤ ਸਾਨੀ, ਉਹਨਾਂ ਦੀ ਕੀ ਦੇਣ ਆ? ਰਾਘਵ ਚੱਡਾ ਦੀ ਕੀ ਦੇਣ ਆ? ਸੰਦੀਪ ਪਾਠਕ ਕੀ ਦੇਣ ਆ? ਪੰਜਾਬ ਦੀਆਂ ਯੂਨੀਵਰਸਿਟੀਆਂ ਖਤਮ ਹੋ ਰਹੀਆਂ, ਤੁਸੀਂ ਲਵਲੀ ਯੂਨੀਵਰਸਿਟੀ ਦੇ ਮਾਲਕ ਨੂੰ ਰਾਜ ਸਭਾ ਭੇਜ ਰਹੇ, ਉਹਦੀ ਕੀ ਦੇਣ ਆ? ਅਨਪੜ੍ਹੀ ਮੈਂ ਕਹਾਂਗਾ, ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣ ਕੇ ਆਏ ਨੇ, ਇਹਨਾਂ ਨੂੰ ਕੁਰਸੀ ਦੀ ਕੋਈ ਇੱਜ਼ਤ ਨਹੀਂ ਹੈਗੀ। ਕੋਈ ਐਮਐਲਏ ਇਹਨਾਂ ਦਾ ਜਾ ਕੇ ਪ੍ਰਿੰਸੀਪਲ ਦੀ ਕੁਰਸੀ ਤੇ ਜਾ ਕੇ ਬੈਠ ਜਾਂਦਾ, ਕੋਈ ਐਸਡੀਐਮ ਦੀ ਕੁਰਸੀ ਤੇ ਜਾ ਕੇ ਬੈਠ ਜਾਂਦਾ, ਕੋਈ ਪੁਲਿਸ ਥਾਣੇਦਾਰ ਜਾਂ ਡੀਐਸਪੀ ਦੀ ਕੁਰਸੀ ਤੇ ਜਾ ਕੇ ਬੈਠ ਜਾਂਦਾ। ਹਿੰਦੁਸਤਾਨ ਦੇ ਵਿੱਚ ਆਮ ਆਦਮੀ ਪਾਰਟੀ ਜਿੱਥੋਂ ਮਰਜ਼ੀ ਹਾਰ ਜੂਗੀ, ਸੰਗਰੂਰ ਨਹੀਂ ਹਾਰਨੇ ਆਸੇ। ਲੋਕਾਂ ਨੇ ਪੜਤੀਆਂ ਨਾ ਜਿਹੜਾ ਸੰਗਰੂਰ ਲੋਕ ਸਭਾ ਹਲਕਾ ਦੀ ਜ਼ਿਮਨੀ ਚੋਣ ਤੇ ਜਿੱਤੇ ਨੇ ਸਿਮਰਨਜੀਤ ਸਿੰਘ ਮਾਨ, ਪਰ ਇਸ ਦੇ ਪਿੱਛੇ ਕਾਰਨ ਕੀ ਰਹੇ ਔਰ ਇਸ ਤੋਂ ਪਹਿਲਾਂ ਤੇ ਬਾਅਦ ਵਿੱਚ ਇਹਦੇ ਅਸਰ ਕੀ ਰਹਿਣਗੇ, ਇਹ ਵੀ ਇੱਕ ਵੱਡਾ ਸਵਾਲ ਹੈ ਤੇ ਅਸੀਂ ਇਸ ਦੇ ਉੱਤੇ ਚਰਚਾ ਕਰਾਂਗੇ। ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਨੇ। ਸਭ ਤੋਂ ਪਹਿਲਾਂ ਭੁੱਲਰ ਸਾਹਿਬ, ਇਸ ਚੋਣ ਦੀ ਜਿੱਤ ਜਾਂ ਹਾਰ ਦੇ ਮਾਇਨੇ ਕੀ ਕੱਢੇ ਜਾਣ, ਕਿਹੜੇ ਪਾਸੇ ਨੂੰ ਜਾ ਸਕਦੀ ਹੈ ਅਗਲੀ ਗੱਲ? ਸੰਦੀਪ, ਸਭ ਤੋਂ ਵੱਡੀ ਗੱਲ ਹੈ ਕਿ ਸਿਮਰਜੀਤ ਸਿੰਘ ਮਾਨ ਥੱਕਿਆ ਨਹੀਂ। ਇਲੈਕਸ਼ਨਾਂ ਬਹੁਤ ਲੜੀਆਂ ਹੈਗੀਆਂ 89 ਤੋਂ ਲੈ ਕੇ, ਔਰ ਉਹਨੇ ਬੜੀ ਵਾਰ ਖੁਦ ਕਿਹਾ ਹੈਗਾ ਕਿ ਮੈਨੂੰ ਮੇਰੀ ਕੌਮ ਨਹੀਂ ਜਿਤਾਉਂਦੀ। ਬੜੇ ਐਗਜ਼ਾਮਪਲਾਂ ਦਿੱਤੀਆਂ, ਲੇਕਿਨ ਉਹ ਇਸ ਵਾਰ ਸੰਗਰੂਰ ਦੇ ਲੋਕਾਂ ਨੇ ਜਿੱਤ ਪ੍ਰਾਪਤ ਕਰਵਾਈ ਉਹਨੂੰ ਕਿ ਠੀਕ ਆ। ਔਰ ਖੁਦ ਵੀ ਆਪਣੇ ਜਦੋਂ ਇੰਟਰਵਿਊ ਹੋਈ ਕਹਿੰਦਾ ਕਿ ਸ਼ਾਇਦ ਮੈਂ ਨਲਾਇਕ ਹਾਂ, ਅਤੇ ਅੱਜ ਉਹਨਾਂ ਦੇ ਜਿਹੜੇ ਬੋਲ ਨੇ ਵੀ ਉਹ ਨਲਾਇਕ ਨਹੀਂ ਹੈਗਾ। ਉਹਨਾਂ ਨੇ ਉਸ ਸਰਕਾਰ ਨੂੰ ਹਰਾਤਾ ਜਿਸ ਸਰਕਾਰ ਕੋਲੋਂ 92 ਵਿਧਾਇਕ, 2 ਮੁੱਖ ਮੰਤਰੀ, ਫਿਰ ਦਿੱਲੀੋਂ ਡਿਪਟੀ ਸੀਐਮ ਆਏ, ਰੋਡ ਸ਼ੋਅ ਵੱਡੇ ਹੋਏ। ਅਤੇ ਮੈਨੂੰ ਲੱਗਦਾ ਕਿ ਸੰਗਰੂਰ ਦੇ ਲੋਕਾਂ ਨੇ ਇੱਕ ਪੰਜਾਬ ਦੀ ਜਨਤਾ ਨੂੰ ਇੱਕ ਨਵਾਂ ਸੰਦੇਸ਼ ਦਿੱਤਾ ਹੈਗਾ ਕਿ ਜੇ ਚਾਹੇ ਸਰਕਾਰਾਂ 5 ਸਾਲ ਕੰਮ ਕਰਨ ਜਾਂ 3 ਮਹੀਨੇ ਕੰਮ ਕਰਨ, ਲੋਕੀ ਨਤੀਜਾ ਪਹਿਲਾਂ ਹੀ ਕੱਢ ਲੈਂਦੇ ਹੈਗੇ। ਉਹ ਕਹਿੰਦੇ ਹੁੰਦੇ ਨਾ ਕਿ ਫਸਟ ਇੰਪਰੈਸ਼ਨ ਇਜ਼ ਦਾ ਲਾਸਟ ਇੰਪਰੈਸ਼ਨ। ਅਤੇ ਮੈਨੂੰ ਇਹ ਲੱਗਦਾ ਕਿ ਭਗਵੰਤ ਮਾਨ ਦਾ ਜਿਹੜਾ ਇੰਪਰੈਸ਼ਨ ਪੈਣਾ ਚਾਹੀਦਾ ਸੀ ਜਨਤਾ ਦੇ ਵਿੱਚ, ਉਹ ਨਹੀਂ ਪਿਆ। ਜੀ, ਸਭ ਤੋਂ ਪਹਿਲਾਂ ਅਸੀਂ ਚਰਚਾ ਹੀ ਆਮ ਆਦਮੀ ਪਾਰਟੀ ਦੀ ਕਰਦੇ ਹਾਂ, ਕਿ ਕਰਕੇ ਸਾਰਿਆਂ ਦੇ ਉੱਤੇ ਡਿਸਕਸ਼ਨ ਕਰਾਂਗੇ ਕਿ ਆਮ ਆਦਮੀ ਪਾਰਟੀ ਦੇ ਇਹਨਾਂ 3 ਮਹੀਨਿਆਂ 'ਚ ਸਭ ਤੋਂ ਵੱਡੀ ਘਾਟ ਕੀ ਰਹਿ ਗਈ, 5 ਵੱਡੇ ਕਾਰਨ ਕੀ ਰਹਿ ਗਏ ਕਿ ਉਹਨਾਂ ਨੂੰ ਨਮੋਸ਼ੀ ਭਰੀ ਹਾਰ ਹੈ ਜਿਹੜੀ ਝੱਲਣੀ ਪਈ? ਦੇਖੋ ਸੰਦੀਪ, ਅਗਰ ਗੱਲ ਕੀਤੀ ਜਾਵੇ, ਹਜੇ 3 ਮਹੀਨੇ ਹੋਏ ਆ 2022 ਦੀਆਂ ਵਿਧਾਨ ਸਭਾ ਚੋਣਾਂ 'ਚ 9 ਹਲਕੇ ਜਿਹੜੇ ਸੰਗਰੂਰ ਲੋਕ ਸਭਾ 'ਚ ਪੈਂਦੇ, ਇਹਨਾਂ 9 ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਿਧਾਇਕ 9 ਦੇ 9 ਜਿੱਤੇ ਨੇ, ਸਾਰਿਆਂ ਦੀ ਜਿਹੜੀ ਲੀਡ ਆ ਉਹ 30,000 ਤੋਂ ਲੈ ਕੇ 75,000 ਤੱਕ ਆ। ਅਮਨ ਅਰੋੜਾ 75,000 ਦੇ ਕਰੀਬ ਜਿੱਤਿਆ। 3.5 ਲੱਖ ਦੇ ਲੀਡ ਆ। 3 ਮਹੀਨਿਆਂ 'ਚ ਲੋਕਾਂ ਨੇ ਪੱਟੀ ਪੋਚ ਕੇ ਰੱਖਦੀ। ਝਾੜੂ ਤੀਲਾ ਕਰਦਾ। ਹੁਣ ਤਾਂ ਲੋਕ ਜਿਸ ਤਰ੍ਹਾਂ ਇਹ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਪਾਰਟੀ ਨੂੰ 3 ਮਹੀਨਿਆਂ 'ਚ ਟੀਚਰਾਂ ਕਰਦੀ ਰਹੀ, ਹੁਣ ਲੋਕਾਂ ਨੇ ਇਹਨਾਂ ਨੂੰ ਟੀਚਰਾਂ ਸ਼ੁਰੂ ਕਰਨੀਆਂ ਦਿੱਤੀਆਂ ਹੈਗੀਆਂ ਕਿ ਜਿਹੜਾ ਝਾੜੂ 3 ਕੁ ਮਹੀਨੇ ਨਿਕਲਦਾ, ਫਿਰ ਚੌਥੇ ਮਹੀਨੇ ਨਵਾਂ ਲਿਆਉਣਾ ਪੈਂਦਾ। ਜਿਹੜੇ ਮੋਟੇ ਕਾਰਨ ਮੈਨੂੰ ਇਹ ਲੱਗਦਾ ਕਿ ਭਗਵੰਤ ਮਾਨ ਸਿਸਟਮ ਨਹੀਂ ਚਲਾ ਪਾਇਆ, ਸਿਸਟਮ ਨੂੰ ਸਮਝ ਨਹੀਂ ਪਾਏਗਾ। ਤੁਸੀਂ ਹੁਣ ਵੀ ਜਿਸ ਤਰ੍ਹਾਂ ਨਰਿੰਦਰ ਮੋਦੀ ਬੀਜੇਪੀ ਕਰਦੀ ਆ ਕਿ 70 ਸਾਲ ਇੰਦਰਾ ਗਾਂਧੀ, ਨਹਿਰੂ ਨੇ ਨਹੀਂ ਕੀਤਾ, ਡਾਕਟਰ ਮਨਮੋਹਨ ਸਿੰਘ ਨੇ ਨਹੀਂ ਕੀਤਾ, ਇਹੀ ਰੋਣਾ ਇਹਨਾਂ ਰੋਇਆ ਗਿਆ ਕਿ ਪਿਛਲਿਆਂ ਨੇ ਕੀਤਾ, ਪਿਛਲਿਆਂ ਨੇ ਨਹੀਂ ਕੀਤਾ ਤਾਂ ਹੀ ਸੱਤਾ ਤੋਂ ਬਾਹਰ। ਇੱਕ ਭਗਵੰਤ ਮਾਨ, ਸਮੁੱਚੀ ਜਿਹੜੀ ਟੀਮ ਇਹਨਾਂ ਦੀ ਪੰਜਾਬ ਨੂੰ ਸਮਝ ਨਹੀਂ ਪਾਈ। ਦਿੱਲੀ ਵਾਲੇ ਚਲਾ ਰਹੇ ਨੇ। ਪੰਜਾਬ ਮਾਡਲ ਆਪਣੇ ਆਪ 'ਚ ਇੱਕ ਬਿਹਤਰ ਮਾਡਲ ਆ। ਪੰਜਾਬ ਦੇ ਲੋਕ ਗਵਾਹੀ ਦਿੰਦੇ ਨੇ। ਪੰਜਾਬ ਇੱਕ ਲੀਡਰ ਆ ਦੇਸ਼ ਦਾ। ਔਰ ਤੁਸੀਂ ਦੇਖੋ ਵਿਧਾਨ ਸਭਾ ਦੇ ਵਿੱਚ ਤੁਸੀਂ ਪੰਜਾਬ ਦੇ ਬੱਚਿਆਂ ਤੋਂ, ਪੰਜਾਬ ਦੇ ਟੀਚਰਾਂ ਦਾ, ਪੰਜਾਬ ਦੇ ਅਧਿਕਾਰੀਆਂ ਦਾ ਮਜ਼ਾਕ ਕੀਤਾ, ਉਹਨਾਂ ਦੀ ਇਨਸਲਟ ਕੀਤੀ ਹੈਗੀ ਆ ਕਿ ਤੁਸੀਂ ਕਹਿ ਰਹੇ ਕਿ ਜਿਹੜੇ ਉਹ ਰਿਜ਼ਲਟ ਆਏ ਨੇ ਜਿਹੜਾ ਉਹ ਨਕਲੀ ਨੇ, ਜਾਲੀ ਨੇ, ਰਿਪੋਰਟ ਗਲਤ ਆ। ਇਹ ਆ ਬਿਊਰੋਕਰੇਸੀ 'ਤੇ ਤੁਹਾਡਾ ਕੰਟਰੋਲ ਨਹੀਂ ਹੈਗਾ। ਦੂਜਾ, ਤੁਸੀਂ ਇੱਕ ਮੁੱਖ ਮੰਤਰੀ ਆ, ਮੁੱਖ ਮੰਤਰੀ ਦੇ ਅਹੁਦੇ ਦੀ ਜਿਹੜੀ ਕੁਰਸੀ ਦੀ ਤੁਸੀਂ ਤਹੀਨ ਕਰ ਰਹੇ, ਉਹਦੀ ਜਿਹੜੀ ਇੱਜ਼ਤ ਆ, ਸਟੇਟਸ ਆ, ਰੁਤਬਾ, ਉਹ ਤੁਸੀਂ ਬਹਾਲ ਨਹੀਂ ਰੱਖਿਆ, ਬਰਕਰਾਰ ਨਹੀਂ ਰੱਖਿਆ ਹੈਗਾ। ਇੱਕ ਮੁੱਖ ਮੰਤਰੀ ਦਿੱਲੀ ਦਾ ਛੋਟੀ ਸਟੇਟ ਆ, ਠੀਕ ਹੈ, ਤੁਹਾਡਾ ਨੈਸ਼ਨਲ ਪ੍ਰੈਜ਼ੀਡੈਂਟ ਆ, ਰਿਸਪੈਕਟ ਕਰੋ। ਲੇਕਿਨ ਤੁਸੀਂ ਕਮਾਂਡੋ ਜੇ ਤਾਂ ਬਾਰੀਆਂ ਦੇ ਨਾਲ ਚੰਬੜਦੇ ਹੈਗੇ, ਇਹ ਪੰਜਾਬ ਦੇ ਸੀਐਮ ਕਰਦੇ ਹੈਗੇ ਨੇ। ਇਹ ਜਵਾਕਾਂ ਵਾਲੀਆਂ ਗੱਲਾਂ ਨੇ। ਲੋਕ ਸਿਆਣੇ ਨੇ ਕਿ ਇੱਕ ਮੁੱਖ ਮੰਤਰੀ ਗੱਡੀ ਦੀ ਬਾਰੀ ਦੇ ਨਾਲ ਚੰਬੜੂਗਾ
ਦੂਜੇ ਪਾਸੇ ਦਿੱਲੀ ਦਾ ਮੁੱਖ ਮੰਤਰੀ ਕੀ ਚੀਜ਼ ਹੈ? ਕੁਛ ਵੀ ਨਹੀਂ, ਇੱਕ ਛੋਟੀ ਸਟੇਟ ਆ। ਇਹ ਨਿੱਕੀਆਂ ਨਿੱਕੀਆਂ ਗੱਲਾਂ ਵੀ ਲੋਕਾਂ ਤੱਕ ਅਸਰ ਕਰਦੀਆਂ ਕਿ ਜੋ ਬਾਡੀ ਲੈਂਗੁਏਜ ਦੱਸ ਰਹੀ ਹੁੰਦੀ ਹੈ। ਬਿਲਕੁਲ ਲਾਜ਼ਮੀ ਤੌਰ ਤੇ ਆਪਾਂ ਨੈਸ਼ਨਲ ਪਾਰਟੀ ਦੀ ਗੱਲ ਕਰ ਰਹੇ, ਬੀਜੇਪੀ ਦੀ ਗੱਲ ਕਰ ਰਹੇ, ਕਾਂਗਰਸ ਪਾਰਟੀ ਦੀ ਗੱਲ ਕਰਦੇ ਆ। ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਾਹੁਲ ਗਾਂਧੀ ਆਉਂਦੇ ਸੀ ਤੇ ਕੀ ਰਾਹੁਲ ਗਾਂਧੀ ਗੱਡੀ ਦੇ ਉੱਪਰ ਬੈਠਾ ਹੁੰਦੇ ਤੇ ਕੈਪਟਨ ਅਮਰਿੰਦਰ ਸਿੰਘ ਬਾਹਰ ਬੈਠਾ ਹੁੰਦਾ ਸੀ? ਜਾਂ ਆਪਾਂ ਬੀਜੇਪੀ ਦੀ ਲਾ ਲਓ, ਜਾਂ ਨਰਿੰਦਰ ਮੋਦੀ ਸਾਹਿਬ ਜਾਂ ਅਮਿਤ ਸ਼ਾਹ ਜੀ ਆਉਂਦੇ ਰਹੇ ਨੇ, ਤੇ ਜਿਹੜੇ ਇੱਥੋਂ ਦੇ ਜਿਹੜੇ ਲੋਕਲ ਲੀਡਰ ਸੀ ਕਿ ਉਹ ਬਾਰੀ ਨਾਲ ਚੰਬੜੇ ਹੁੰਦੇ ਸੀ। ਇਹ ਇੱਕ ਸਟੇਟਸ ਹੁੰਦਾ, ਇੱਕ ਸੀਐਮ ਆ, ਤੁਸੀਂ 3 ਕਰੋੜ ਪੰਜਾਬੀਆਂ ਦੀ ਇੱਕ ਆਵਾਜ਼ ਹੈ, ਤੁਸੀਂ ਮਾਈ ਬਾਪ ਹੋ, ਤੇ ਤੁਸੀਂ ਉੱਥੇ ਕਮਾਂਡੋ ਵਾਂਗੂ ਲਟਕਦੇ ਫਿਰਦੇ ਹੈਗੇ ਨੇ। ਇਹ ਕੋਈ ਜਿਹੜਾ ਇੱਕ ਸੀਐਮ ਵਾਲਾ ਇੱਕ ਹੁੰਦਾ ਨਾ, ਇੱਕ ਰੁਤਬਾ ਜਾ, ਉਹ ਭਗਵੰਤ ਮਾਨ ਦੇ ਚੋਂ ਨਹੀਂ ਝਲਕਿਆ। ਲੋਕਾਂ ਨੂੰ ਅਹਿਸਾਸ ਨਹੀਂ ਹੋਇਆ ਵੀ ਲੋਕਾਂ ਨੇ ਕਿਹਾ ਕਿ ਅਸੀਂ ਤਾਂ 92 ਤੁਹਾਨੂੰ ਦਿੱਤੇ ਹੈਗੇ, ਤੁਹਾਡੇ ਉਹ ਲੋਕ ਦਿੱਤੇ ਜਿਹੜੇ ਕਦੀ ਜ਼ਿੰਦਗੀ 'ਚ ਪੰਚ ਨਹੀਂ ਬਣੇ, ਸਰਪੰਚ ਨਹੀਂ ਬਣੇ ਹੈਗੇ, ਤੇ ਤੁਸੀਂ ਤੁਹਾਨੂੰ ਇੰਨਾ ਮਾਣ ਦਿੱਤਾ ਹੈਗਾ। ਤੇ ਮੈਨੂੰ ਲੱਗਦਾ ਕਿ ਉਹ 3 ਮਹੀਨੇ 'ਚ ਫੇਲ ਹੋਏ ਨੇ। ਭਗਵੰਤ ਮਾਨ ਦਾ ਪਹਿਲਾ ਟੈਸਟ ਹੀ ਬੁਰੀ ਤਰ੍ਹਾਂ ਫੇਲ ਹੋਇਆ, ਜਿੱਦਾਂ ਹੁਣ ਚਰਚਾ ਕਿ ਆਪਣੇ ਪਿੰਡੋਂ ਵੀ ਹਾਰ ਗਿਆ, ਠੀਕ ਹੈ। ਔਰ ਇਹ ਉੱਥੇ ਬੜਾ ਜ਼ੋਰ ਲਾਇਆ ਨਾ, ਰੋਡ ਸ਼ੋਅ ਕੀਤੇ ਹੈਗੇ ਨੇ 3 ਮਹੀਨਿਆਂ 'ਚ। ਤੁਸੀਂ ਕਹਿੰਦੇ ਸੀ ਕਿ ਇੱਥੇ ਆ ਕੇ ਜਿਹੜੀ ਵੀ ਕਿਸਾਨ ਖੁਦਕੁਸ਼ੀ ਨਹੀਂ ਕਰੇਗਾ, 3 ਮਹੀਨੇ 'ਚ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਕਾਨੂੰਨ ਵਿਵਸਥਾ ਵਿਗੜੀ, ਇਹ ਨਹੀਂ ਕਿ ਪਹਿਲਾਂ ਵਿਗੜੀਆਂ ਸੀ, ਮਤਲਬ ਉਹ ਵੀ ਗਲਤ ਗੱਲ ਆ ਵੀ ਤੁਸੀਂ ਪਹਿਲੀਆਂ ਨੂੰ ਨਿੰਦਦੇ ਰਹੋਗੇ। ਪਹਿਲੀਆਂ ਨੇ ਮਾੜੇ ਕੰਮ ਕੀਤੇ ਤਾਂ ਹੀ ਲੋਕਾਂ ਨੇ ਤੁਹਾਨੂੰ ਮੌਕਾ ਦਿੱਤਾ ਨਾ, ਤੇ ਤੁਸੀਂ ਪਿਛਲਿਆਂ ਨੂੰ ਨਿੰਦ ਕੇ, ਪਿਛਲਿਆਂ ਨੂੰ ਟੀਚਰਾਂ ਕਰਕੇ। ਚੋਣ 'ਚ ਖਾਸ ਤੌਰ ਤੇ ਚੋਣ ਮੁੱਦਾ ਵੀ ਲਾਅ ਐਂਡ ਆਰਡਰ ਹੀ ਬਣਿਆ ਰਿਹਾ, ਚਾਹੇ ਉਹ ਭਾਜਪਾ ਹੋਵੇ, ਕਾਂਗਰਸ ਹੋਵੇ, ਰਾਜਾ ਵੜਿੰਗ ਹੋਣ, ਕੇਵਲ ਸਿੰਘ ਢਿੱਲੋਂ ਹੋਣ, ਦਲਵੀਰ ਗੋਲਡੀ ਹੋਣ, ਜਾਂ ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਵੀ ਸੁਖਬੀਰ ਬਾਦਲ ਠੋਕ ਕੇ ਕਹਿੰਦੇ ਰਹੇ ਆ ਕਿ ਲਾਅ ਐਂਡ ਆਰਡਰ ਬੁਰੀ ਤਰ੍ਹਾਂ ਫੇਲ ਹੋਇਆ ਪੰਜਾਬ ਦੇ ਅੰਦਰ। ਮੈਂ ਇੰਨੀ ਲਾਪਰਵਾਹੀ ਜਾਂ ਬੇਪਰਵਾਹ ਸਰਕਾਰ ਨਹੀਂ ਦੇਖੀ ਹੈਗੀ ਕਿ ਤੁਸੀਂ ਸਿਕਿਉਰਿਟੀ ਪਹਿਲਾਂ ਵਾਪਸ ਲੈਂਦੇ ਹੋ, ਫਿਰ ਤੁਸੀਂ ਟਵੀਟ ਕਰਦੇ ਹੋ, ਫਿਰ ਤੁਸੀਂ ਅਫਸਰ ਬਦਲਦੇ ਹੋ, ਔਰ ਤੁਸੀਂ ਦਿੱਲੀੋਂ ਪੰਜਾਬ ਨਹੀਂ ਚੱਲ ਸਕਦਾ ਹੈਗਾ। ਇਹ ਲੋਕਾਂ ਨੇ ਸਾਬਤ ਕਰ ਦਿੱਤਾ। ਭਗਵੰਤ ਮਾਨ ਨੂੰ ਸਮਝ ਲੱਗ ਗਈ ਹੋਊਗੀ ਕਿ ਠੀਕ ਹੈ ਅਰਵਿੰਦ ਕੇਜਰੀਵਾਲ ਪਾਰਟੀ ਪ੍ਰੈਜ਼ੀਡੈਂਟ ਆ, ਪਰ ਤੁਸੀਂ ਕਿੱਥੇ ਗਿਆ ਤੁਹਾਡਾ ਜੀ ਆਈਡੀਆ ਆਫ ਐਕਸਚੇਂਜ ਜਾਂ ਨੌਲੇਜ ਆਫ ਸ਼ੇਅਰਿੰਗ, ਉਹ ਕਿੱਥੇ ਗਿਆ ਹੈਗਾ? ਪੰਜਾਬ ਆਪਣੇ ਆਪ 'ਚ ਇੱਕ ਵਾਹਿਦ ਸੂਬਾ ਹੈ ਜਿਹਨੇ ਪੰਜਾਬ ਨੇ ਦੇਸ਼ ਨੂੰ ਬਹੁਤ ਦਿੱਤਾ ਹੈਗਾ। ਤੁਸੀਂ ਦਿੱਲੀ ਦੇ ਥੱਲੇ ਨਹੀਂ ਲਾ ਸਕਦੇ। ਅਰਵਿੰਦ ਕੇਜਰੀਵਾਲ ਦੇ ਨਾਲ ਹੀ ਪੰਜਾਬ ਚੱਲਣਾ ਹੈਗਾ। ਉਹ ਇੱਕ ਡਿਊਟੀ ਆ, ਛੋਟੀ ਜਿਹੀ ਸਟੇਟ ਆ। ਗ੍ਰਹਿ ਮੰਤਰਾਲੇ, ਪੁਲਿਸ ਸੈਂਟਰ ਕੋਲ ਆ, ਉੱਥੋਂ ਦੀ ਨਗਰ ਨਿਗਮ ਸੈਂਟਰ ਕੋਲ ਆ, PWD ਸੈਂਟਰ ਕੋਲ ਆ। ਇੱਥੇ ਤੱਕ ਆਪਣੇ ਆਪ 'ਚ ਉਹ ਸਕੂਲ ਆ, ਸਕੂਲਾਂ ਦੀ ਗਿਣਤੀ ਕਰਾਉਂਦੇ ਰਹਿੰਦੇ ਹੈਗੇ। ਇੱਥੇ 19,000 ਸਕੂਲ ਆ, 1.25 ਲੱਖ ਟੀਚਰ ਨੇ, ਠੀਕ ਹੈ। ਤਾਂ ਉਹ ਮੈਨੂੰ ਲੱਗਦਾ ਹੈਗਾ ਕਿ ਲੋਕਾਂ ਨੇ ਭਗਵੰਤ ਮਾਨ ਨੂੰ ਰਿਜੈਕਟ ਕਰ ਦਿੱਤਾ ਹੈਗਾ ਕਿ ਜਿਹੜੇ ਉਮੀਦਾਂ ਦੇ ਨਾਲ ਤੁਹਾਨੂੰ ਵੋਟਾਂ ਪਾਈਆਂ, ਮੁੱਖ ਮੰਤਰੀ ਬਣਾਇਆ, ਤੂੰ 3 ਮਹੀਨਿਆਂ 'ਚ ਫੇਲ ਹੋਇਆ। ਔਰ ਇਹ ਭਗਵੰਤ ਮਾਨ ਦਾ ਜਿਹੜਾ ਪਹਿਲਾ ਟੈਸਟ, ਸਭ ਤੋਂ ਵੱਡੀ ਗੱਲ ਇਹ ਜਿਹੜੇ ਮੋਟੇ ਕਰਨ, ਜਿਹੜੇ ਰਾਜ ਸਭਾ 7 ਦਿੱਤੇ ਨੇ, ਕੌਣ ਦਿੱਤੇ ਨੇ? ਕੋਈ ਪੰਜਾਬ ਦਾ ਦਿੱਤਾ ਹੈਗਾ? ਸੀਚੇਵਾਲ ਸਾਹਿਬ ਪੰਜਾਬ ਦੀ ਕੀ ਗੱਲ ਕਰਨ? ਠੀਕ ਹੈ, ਪਾਣੀਆਂ ਵਾਸਤੇ ਗੱਲ ਕਰਦੇ ਹੈਗੇ ਨੇ, ਬਹੁਤ ਸਾਰੇ ਲੋਕ ਪਾਣੀਆਂ ਵਾਸਤੇ ਗੱਲ ਕਰਦੇ ਨੇ। ਜਿਹੜੇ ਵਿਕਰਮਜੀਤ ਸਾਨੀ, ਉਹਨਾਂ ਦੀ ਕੀ ਦੇਣ ਆ? ਰਾਘਵ ਚੱਡਾ ਦੀ ਕੀ ਦੇਣ ਆ? ਸੰਦੀਪ ਪਾਠਕ ਕੀ ਦੇਣ ਆ? ਪੰਜਾਬ ਦੀਆਂ ਯੂਨੀਵਰਸਿਟੀਆਂ ਖਤਮ ਹੋ ਰਹੀਆਂ, ਤੁਸੀਂ ਲਵਲੀ ਯੂਨੀਵਰਸਿਟੀ ਦੇ ਮਾਲਕ ਨੂੰ ਰਾਜ ਸਭਾ ਭੇਜ ਰਹੇ, ਉਹਦੀ ਕੀ ਦੇਣ ਆ? ਕੱਲ੍ਹ ਨੂੰ ਅਗਰ ਪੰਜਾਬ ਦੇ ਵਿੱਚ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਸੈਂਟਰ ਖੋਹ ਨੂੰ ਫਿਰਦਾ, ਨਾ ਰਾਘਵ ਚੱਡੇ ਦੀ ਸਟੇਟਮੈਂਟ, ਨਾ ਭਗਵੰਤ ਮਾਨ ਦੀ ਟਵੀਟਾਂ ਦੇ ਨਾਲ ਥੋੜ੍ਹਾ ਲੜਾਈ ਲੜਦੀ ਆ, ਨਾ ਉਹ ਲਵਲੀ ਯੂਨੀਵਰਸਿਟੀ ਦੇ ਮਾਲਕ ਦੀ ਹੈ, ਨਾ ਲੁਧਿਆਣੇ ਵਾਲੇ ਬਿਜ਼ਨਸਮੈਨ ਦੀ। ਉਹ ਵੀ ਇੱਕ ਸਭ ਤੋਂ ਪਹਿਲਾਂ ਪੰਜਾਬੀਆਂ ਦੇ ਨਾਲ ਧੱਕਾ ਉਹ ਹੋਇਆ ਸੀ। ਉਹ ਵੀ ਲੋਕਾਂ ਨੇ ਦੱਸਿਆ ਕਿ ਤੁਹਾਡੇ ਕੋਲ ਬਹੁਤ ਸਾਰੇ ਲੋਕ ਸੀ ਜਿਨ੍ਹਾਂ ਨੂੰ ਚੁਣ ਕੇ ਭੇਜ ਸਕਦੇ। ਸਾਡੇ ਬਹੁਤ ਸਾਰੇ ਮਸਲੇ ਤੁਸੀਂ ਚਰਚਾ ਕਰ ਰਹੇ ਹੋ, ਜਾਂ ਹੋਰ ਵੀ ਬਹੁਤ ਸਾਰੇ ਲੋਕ ਨੇ, ਜਾਂ ਲੋਕਾਂ ਨੇ ਆਪ ਹੀ ਤੈਅ ਕਰ ਦਿੱਤਾ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਵਾ ਕੇ। ਪਰ ਇੱਕ ਬੁਲਾਰੇ ਦੀ ਪ੍ਰੈਸ ਕਾਨਫਰੰਸ ਹੁੰਦੀ ਆ ਆਮ ਆਦਮੀ ਪਾਰਟੀ ਦੇ ਵੱਲੋਂ ਰਿਜ਼ਲਟ ਤੋਂ ਬਾਅਦ, ਉਹ ਅੰਕੜਿਆਂ ਨਾਲ ਤੋਲ ਨਾਪ ਰਹੇ ਆ ਇਸ ਹਾਰ ਜਿੱਤ ਨੂੰ। ਕਹਿੰਦੇ ਵੀ ਪਹਿਲਾਂ ਅਸੀਂ 2019 ਦੇ ਵਿੱਚ 37% ਵੋਟ ਬੈਂਕ ਸੀ ਸਾਡਾ, ਜਿਹੜੇ ਅਸੀਂ ਜਿੱਤੇ, ਭਗਵੰਤ ਮਾਨ MP ਬਣੇ। ਇਸ ਵਾਰ 35%, 2% ਦਾ ਸਿਰਫ ਫਰਕ ਪਿਆ, ਕੋਈ ਵੱਡਾ ਫਰਕ ਨਹੀਂ ਹੈ। ਉਹ ਇਹ ਦਲੀਲਾਂ ਦਿੰਦੇ ਨਜ਼ਰ ਆ ਰਹੇ ਆ। ਦੇਖੋ, ਮਲਵਿੰਦਰ ਕੰਗ ਇਹ ਆ ਕਿ ਕੰਧ ਤੇ ਲਿਖਿਆ ਨਹੀਂ ਪੜ੍ਹ ਰਿਹਾ ਹੈਗਾ। ਪਾਰਟੀਆਂ ਜਾਂ ਬੰਦੇ ਉਹੀ ਸਿਆਣੇ ਜਿਹੜੇ ਕੰਧ ਤੇ ਲਿਖਿਆ ਪੜ੍ਹ ਲੈਂਦੇ ਹੈਗੇ ਨੇ। ਹਾਰ ਹੀ ਹੁੰਦੀ ਹੈ, ਚਾਹੇ 1 ਲੱਖ ਵੋਟਾਂ ਦੇ ਨਾਲ, ਚਾਹੇ 1 ਵੋਟ ਦੇ ਨਾਲ ਹੈਗੇ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਪਹਿਲਾਂ 37% 35%। ਇਹ ਅੰਕੜਿਆਂ ਦਾ ਜਾਦੂ ਆ, ਇਹ ਨਹੀਂ ਚੱਲਦਾ ਹੈਗਾ। ਰਿਜ਼ਲਟ ਕੀ ਆ ਕਿ ਤੁਹਾਡਾ ਬੰਦਾ ਜਿੱਤਿਆ ਗਿਆ ਜਾਂ ਮਾਨ ਜਿੱਤਿਆ ਗਿਆ? ਦੀਆਂ ਪੌੜੀਆਂ ਕੌਣ ਚੜ੍ਹੇਗਾ, ਸਵਾਲ ਉਹ ਮੈਟਰ ਕਰਦਾ। ਇਹ ਨਹੀਂ ਹੈ ਕਿ 37% ਸੀ ਤੇ ਹੁਣ ਤੁਹਾਡੀਆਂ ਘਟ ਗਈ, 2% ਘਟ ਗਈ ਨਾ। ਤੁਹਾਡੇ 92 MLA, ਤੁਸੀਂ ਇੱਕ ਹਲਕੇ 'ਚ 8 MLA ਡਿਊਟੀ ਲਗਾਈ, ਇੱਕ ਮਿਨਿਸਟਰ ਦੀ ਡਿਊਟੀ ਲਗਾਈ। ਉਹ ਕੀ ਕਰਦੇ ਕੀ ਰਹੇ ਹੈਗੇ ਨਾ। ਤੇ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਹੁਣ ਇੱਦਾਂ ਦੇ ਅਨਪੜ੍ਹ ਹੀ ਮੈਂ ਕਹਾਂਗਾ, ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣ ਕੇ ਆਏ ਨੇ, ਇਹਨਾਂ ਨੂੰ ਕੁਰਸੀ ਦੀ ਕੋਈ ਇੱਜ਼ਤ ਨਹੀਂ ਹੈਗੀ। ਕੋਈ MLA ਇਹਨਾਂ ਦਾ ਜਾ ਕੇ ਪ੍ਰਿੰਸੀਪਲ ਦੀ ਕੁਰਸੀ 'ਤੇ ਜਾ ਕੇ ਬੈਠ ਜਾਂਦਾ, ਕੋਈ SDM ਦੀ ਕੁਰਸੀ 'ਤੇ ਜਾ ਕੇ ਬੈਠ ਜਾਂਦਾ, ਕੋਈ ਪੁਲਿਸ ਥਾਣੇਦਾਰ ਜਾਂ DSP ਦੀ ਕੁਰਸੀ 'ਤੇ ਜਾ ਕੇ ਬੈਠ ਜਾਂਦਾ। ਜਿਸ MLA ਨੂੰ ਇਹ ਨਹੀਂ ਪਤਾ, ਕੁਰਸੀ ਦੀ ਰਿਸਪੈਕਟ ਨਹੀਂ ਪਤਾ ਹੈਗਾ, ਤੇ ਲੋਕ ਵੀ ਉੱਦਾਂ ਦਾ, ਲੋਕਾਂ ਨੇ ਪੋਚਤੀ ਹੈਗੀ।
ਤੁਸੀਂ ਐਮਐਲਏ ਹੋ, ਠੀਕ ਹੈ, ਚੁਣੇ ਹੋਏ ਲੋਕ ਆ, ਲੇਕਿਨ ਹਰ ਇੱਕ ਕੁਰਸੀ ਦੀ ਇੱਕ ਮਰਿਆਦਾ ਹੁੰਦੀ ਆ। ਇਹ ਕੱਲ ਨੂੰ ਤਾਂ ਫਿਰ ਐਮਐਲਏ ਆ, ਭਗਵੰਤ ਮਾਨ ਨਹੀਂ ਹੈਗਾ ਤੇ ਤੁਸੀਂ ਜਾ ਕੇ ਭਗਵੰਤ ਮਾਨ ਦੀ ਕੁਰਸੀ ਤੇ ਜਾ ਕੇ ਬੈਠ ਪਰ ਜਾਓਗੇ। ਇੱਕ ਗੱਲ ਹੋਰ ਦੇਖਣ ਵਾਲੀ ਹੈ, ਇਸ ਜਿੱਤ ਜਾਂ ਹਾਰ ਦੇ ਨਾਲ ਕਾਂਗਰਸ ਹੋਵੇ, ਭਾਜਪਾ ਹੋਵੇ, ਜਾਂ ਸ਼੍ਰੋਮਣੀ ਅਕਾਲੀ ਦਲ ਹੈ, ਉਹ ਆਪਣੀ ਹਾਰ ਨਾਲ ਇੰਨਾ ਦੁੱਖ ਨਹੀਂ ਮਨਾ ਰਹੇ ਜਿੰਨਾ ਖੁਸ਼ ਹੋ ਰਿਹਾ ਕਿ ਭਗਵੰਤ ਮਾਨ ਦੀ ਪਾਰਟੀ ਹਾਰ ਗਈ ਹੈ। ਇਹ ਸਭ ਤੋਂ ਵੱਡੀ ਗੱਲ ਦੇਖੋ, ਮੈਨੂੰ ਲੱਗਦਾ ਕਿ ਠੀਕ ਹੈ ਉਹ ਵੀ ਜਸ਼ਨ ਮਨਾ ਲੈਣ, ਕਿੰਨੇ ਕੁ ਚਿਰ ਜਸ਼ਨ ਮਨਾਉਣਗੇ, ਪਰ ਸਵਾਲ ਹੈ ਕਿ ਭਗਵੰਤ ਮਾਨ ਮੰਨ ਲਓ ਜਾਂ ਆਮ ਆਦਮੀ ਪਾਰਟੀ ਮੰਨ ਲਓ, ਲੋਕਾਂ ਨੇ ਸਬਕ ਦੇ ਦਿੱਤਾ ਵੀ ਤੁਸੀਂ ਸਟੇਟ ਨਹੀਂ ਚਲਾ ਸਕਦੇ ਹੈਗੇ। ਕਿਉਂਕਿ ਅਗਰ ਆਪਾਂ ਪਿਛਲੀ ਪੰਜਾਬ ਦਾ ਇਤਿਹਾਸ ਫਰੋਲੀਏ ਤੇ ਜਦੋਂ ਵਿਧਾਨ ਸਭਾ ਹੁੰਦੀ ਉਸ ਤੋਂ 2 ਸਾਲ ਬਾਅਦ ਲੋਕ ਸਭਾ ਹੁੰਦੀ ਹੈ। ਜੇ ਤਾਂ ਆਪਣੇ ਹੁਣ 22 ਚ ਵਿਧਾਨ ਸਭਾ ਹੀ ਤੇ ਜਾ ਕੇ 24 ਨੂੰ ਲੋਕ ਸਭਾ ਹੁੰਦੀ। ਇਸ ਤਰ੍ਹਾਂ ਪਹਿਲਾਂ 17 ਨੂੰ ਹੋਈਆਂ, ਫਿਰ 19 ਨੂੰ ਹੋਈਆਂ। ਤੇ ਰੂਲਿੰਗ ਪਾਰਟੀ ਹਮੇਸ਼ਾ 2 ਸਾਲ ਬਾਅਦ ਲੋਕੀ ਬਹੁਤ ਕੁਝ ਦੇਖ ਲੈਂਦੇ ਨੇ, ਲੋਕਾਂ ਦੇ ਕੰਮ ਨਹੀਂ ਹੁੰਦੇ ਕਿਉਂਕਿ ਇੰਨੀਆਂ ਉਮੀਦਾਂ ਤੇ ਕੋਈ ਖਰਾ ਉਤਰ ਵੀ ਨਹੀਂ ਸਕਦਾ। ਤੁਸੀਂ ਤਾਂ 3 ਮਹੀਨਿਆਂ 'ਚ ਆਪਣਾ ਪਹਿਲਾ ਹੀ ਟੈਸਟ ਹਾਰ ਗਏ। ਹੁਣ ਜਿਹੜੀ ਫੁੱਲ ਫਲੈਸ਼ ਆਣੀ ਆਪਣੀ ਪਾਰਲੀਮੈਂਟ ਆਊਗੀ 24 ਦੀ, ਤੁਹਾਡਾ ਉਹਦੇ 'ਚ ਕੀ ਹਸ਼ਰ ਹੋਊਗਾ ਨਾ। ਤੇ ਇਸ ਕਰਕੇ ਜਿਸ ਤਰ੍ਹਾਂ ਬਹੁਤ ਸਾਰੇ ਇਹਨਾਂ ਦੇ ਵਿਧਾਇਕ ਕਹਿੰਦੇ ਕਿ ਹਿੰਦੁਸਤਾਨ ਦੇ ਵਿੱਚ ਆਮ ਆਦਮੀ ਪਾਰਟੀ ਜਿੱਥੋਂ ਮਰਜ਼ੀ ਹਾਰ ਜੂਗੀ, ਸੰਗਰੂਰ ਨਹੀਂ ਹਾਰਨੇ ਆਸੇ ਲੋਕਾਂ ਨੇ ਪੜਤੀਆਂ ਨਾ, ਜਿਹੜਾ ਸਤੌਜ ਪਿੰਡ 'ਚੋਂ ਵੀ ਕਰਦਾ ਨਾ, ਹੁਣ ਮਾਸਟਰ ਦਾ ਮੁੰਡਾ ਕੀ ਕਰੂਗਾ ਨਾ। ਇਹ ਇਹਨਾਂ ਨੇ ਅਸਲ 3 ਮਹੀਨਿਆਂ ਦੇ ਵਿੱਚ ਆਮ ਆਦਮੀ ਪਾਰਟੀ ਇੱਥੋਂ ਤੱਕ ਕਿ ਭਗਵੰਤ ਮਾਨ ਨੇ ਵਿਰੋਧੀਆਂ ਨੂੰ ਟੀਚਰਾਂ ਕਰਨ ਤੋਂ ਇਲਾਵਾ ਹੋਰ ਕੁਝ ਕੰਮ ਕੀਤਾ ਨਹੀਂ। ਮੈਨੂੰ 2 ਕੰਮ ਠੀਕ ਲੱਗੇ। ਇੱਕ ਤੇ ਵਿਧਾਨ ਸਭਾ ਦੀ ਲਾਈਵ ਪ੍ਰੋਸੀਡਿੰਗ, ਉਹਦਾ ਲੋਕਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਲਾਈਵ ਪ੍ਰੋਸੀਡਿੰਗ ਕਰੋ ਜਾਂ ਨਾ ਕਰੋ, ਲੋਕੀ ਸੁਣ ਲੈਂਦੇ ਕਿ ਕਿਹੜੇ ਐਮਐਲਏ ਨੇ ਕੀ ਬੋਲਿਆ। ਦੂਜਾ ਜਿਹੜੀ ਕਰਪਸ਼ਨ ਦੇ ਮਸਲੇ ਦੇ ਵਿੱਚ ਇਹਨਾਂ ਨੇ ਕਾਰਵਾਈ ਕਰ ਰਹੇ ਹੈਗੇ ਨੇ, ਉਹ ਹੈ ਕੰਮ ਹੈ, ਪਰ ਉਹ ਵੀ ਲੋਕਾਂ ਦੇ ਸਰੋਕਾਰ ਆ, ਲੋਕਾਂ ਦਾ ਟੈਕਸ ਕਰਕੇ। ਪਰ ਫੜੇ ਗਏ ਅਫਸਰ ਮੰਤਰੀ ਫੜੇ ਗਏ ਨੇ, ਲੋਕੀ ਕਹਿੰਦੇ ਠੀਕ ਹੈ ਫੜ ਲਿਆ ਗਿਆ। ਲੋਕਾਂ ਨੂੰ ਤੇ ਇਹ ਹੈ ਕਿ ਸਾਡੇ ਕੰਮ ਹੋ ਰਹੇ ਕਿ ਨਹੀਂ ਹੋ ਰਹੇ, ਸਾਡੀ ਡਿਵੈਲਪਮੈਂਟ ਹੋਰ ਨਹੀਂ ਹੋ ਰਹੀ। ਹੁਣ ਤੁਸੀਂ ਕਹਿ ਰਹੇ ਕਿ 3 ਮਹੀਨੇ, ਕੱਲ੍ਹ ਉਹਨਾਂ ਦਾ ਜਿਹੜਾ ਜੈ ਕਿਸ਼ਨ ਰੂੜੀਆ ਕਿ ਪਿੰਡ 'ਚ ਨਿਆਣਾ ਜੰਮ ਗਿਆ, ਦੂਜੇ ਦਿਨ ਲੋਕੀ ਕਹਿੰਦੇ ਕਿ ਲੱਭੂ ਕਿੰਨੇ ਚਿਰ ਦਾ ਹੋ ਗਿਆ। ਉਹ ਯਾਰ ਇਦਾਂ ਦੇ ਦਲੀਲਾਂ ਦੇ ਕੇ ਸਰਕਾਰਾਂ ਨਹੀਂ ਚੱਲਦੀਆਂ। 3 ਮਹੀਨੇ 60 ਮਹੀਨਿਆਂ ਦੀ ਸਰਕਾਰ ਹੁੰਦੀ ਨਾ ਜੀ, 60 ਚੋਂ 3 ਨਿਕਲ ਕੇ 57 ਹੀ ਰਹਿ ਗਏ। ਤੇ ਪਹਿਲੇ 3 ਮਹੀਨਿਆਂ ਦੇ ਵਿੱਚ ਸੰਗਰੂਰ ਨੇ ਤੁਹਾਨੂੰ ਦੱਸ ਦਿੱਤਾ, ਉਹ ਵੀ ਜਿਹੜਾ ਇਹਨਾਂ ਦਾ ਗੜ੍ਹ ਆ, ਜਿੱਥੇ ਇਹਨਾਂ ਨੂੰ ਬਹੁਤ ਸਾਰੀਆਂ ਵੋਟਾਂ ਪਈਆਂ। ਸੰਗਰੂਰ ਦੀਆਂ ਚਾਹੇ ਤੁਸੀਂ ਮਲੇਰਕੋਟਲਾ ਲਾ ਲਓ, ਮਹਿਲ ਕਲਾਂ ਲਾ ਲਓ, ਦਿੜਬਾ ਲਾ ਲਓ, ਭਦੌੜ ਲਾ ਲਓ, ਸੁਨਾਮ, ਲਹਿਰਾ ਗਾਗਾ ਲਾ ਲਓ, ਲੋਕਾਂ ਨੇ ਪੂੰਝ ਕੇ ਰੱਖਤਾ ਹੈਗਾ ਕਿ ਤੁਸੀਂ ਗੱਲਾਂ ਹੀ ਬਣਾ ਰਹੇ ਨੇ। ਤੇ ਇਸ ਚੋਣ ਨਤੀਜੇ ਦੇ ਨਾਲ ਬਾਕੀ ਪਾਰਟੀਆਂ ਤੇ ਅਸਰ ਕਿਵੇਂ ਮੰਨਦੇ ਹੋ, ਖਾਸ ਕਰਕੇ ਕਾਂਗਰਸ ਔਰ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ? ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਨੂੰ ਮੈਨੂੰ ਲੱਗਦਾ ਕਿ ਅਸਤੀਫਾ ਹੁਣ ਦੇ ਹੀ ਦੇਣਾ ਚਾਹੀਦਾ ਹੈਗਾ। ਸੁਖਬੀਰ ਬਾਦਲ ਨਾ, ਉਹਦਾ ਸੁਖਬੀਰ ਬਾਦਲ ਦੇ ਹਾਲਾਤ ਇਹ ਹੋ ਗਏ ਨੇ ਕਿ ਪਰਿਵਾਰ ਵੀ ਗਿਆ, ਪਰਿਵਾਰ ਮਤਲਬ ਪਾਰਟੀ ਵੀ ਗਈ ਤੇ ਵਪਾਰ ਵੀ ਗਿਆ। ਦੋਨਾਂ ਮਸਲਿਆਂ 'ਚ ਸੁਖਬੀਰ ਬਾਦਲ ਨੇ ਆਪਣੀ ਸੱਤਾ ਦੇ ਵਿੱਚ ਪਾਰਟੀ ਨੂੰ ਤਰਜੀਹ ਘੱਟ ਦਿੱਤੀ ਸੀ, ਵਪਾਰ ਨੂੰ ਤਰਜੀਹ ਜ਼ਿਆਦਾ ਦਿੱਤੀ ਸੀ। ਵਪਾਰ ਵੀ ਸਭ ਕੁਝ ਬੰਦ ਹੋ ਗਿਆ, ਲੋਕ ਦੱਸਦੇ ਨੇ ਸ਼੍ਰੋਮਣੀ ਅਕਾਲੀ ਦਲ ਤੇ ਪਾਰਟੀ ਦੇ ਵੀ ਦੇਖੋ ਕਿ ਪਾਰਟੀ ਦੇ ਉਮੀਦਵਾਰ ਨਹੀਂ ਲੱਭਾ। ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਉਤਾਰਨਾ ਪਿਆ ਮੈਦਾਨ ਦੇ ਵਿੱਚ, ਜ਼ਮਾਨਤ ਜ਼ਬਤ ਹੋ ਗਈ। ਤੇ ਮੈਨੂੰ ਲੱਗਦਾ ਸੁਖਬੀਰ ਸਿੰਘ ਬਾਦਲ ਨੂੰ ਹੁਣ ਅਸਤੀਫਾ ਦੇ ਦੇਣਾ ਚਾਹੀਦਾ ਹੈਗਾ। ਅਕਾਲੀ ਦਲ ਅੱਗੇ ਕੋਰ ਕਮੇਟੀ 'ਚ ਰੌਲਾ ਪਿਆ ਸੀ ਕਿ ਤੁਸੀਂ ਅਸਤੀਫਾ ਦੇ ਦਿਓ। ਉਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਤੁਹਾਡੀ ਪਾਰਟੀ ਹਾਰ ਜੇ, ਇੱਕ ਨੈਤਿਕਤਾ ਹੁੰਦੀ ਹੈ, ਜ਼ਮੀਰ ਹੁੰਦੀ ਆ, ਉਹ ਤੁਹਾਨੂੰ ਪ੍ਰਵਾਨ ਕਰ ਲੈਣੀ ਚਾਹੀਦੀ ਹੈ, ਅਸਤੀਫਾ ਦੇ ਦੇਣਾ ਚਾਹੀਦਾ ਹੈਗਾ। ਤੁਸੀਂ ਸਾਰੀ ਉਮਰ ਪਾਰਟੀ ਦੇ ਪ੍ਰਧਾਨ ਨਹੀਂ ਬਣੇ। ਭਗਵੰਤ ਮਾਨ ਨੇ ਵੀ ਬਹੁਤ ਦੇਰ ਬਾਅਦ ਟਵੀਟ ਕੀਤਾ ਹੈਗਾ। ਦੇਖੋ, ਲੋਕਾਂ ਦਾ ਫਤਵਾ ਤੁਹਾਨੂੰ ਮੰਨ ਲੈਣਾ ਚਾਹੀਦਾ। ਤੇ ਮੈਨੂੰ ਲੱਗਦਾ ਕਿ ਅਕਾਲੀ ਦਲ ਨੂੰ ਇੱਕ ਨਵੇਂ ਸਿਰ ਤੋਂ ਪੜਚੋਲ ਕਰਨੀ ਪਏਗੀ। ਹੁਣ ਚਰਚਾ ਸ਼ੁਰੂ ਹੋਏਗੀ ਕਿ ਕੀ ਪੰਥ ਦੀ ਅਗਵਾਈ ਸਿਮਰਜੀਤ ਸਿੰਘ ਮਾਨ ਕਰੇਗਾ ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲੋਂ ਲੋਕ ਟੁੱਟ ਕੇ ਕਿੰਨੇ ਮਾਨ ਦੇ ਨਾਲ ਜਾਂਦੇ ਨੇ, ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਅੱਡ ਹੋ ਜਾਂਦਾ, ਜਾਂ ਉੱਥੇ ਹੁਣ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ ਬਣੂਗਾ, ਜਾਂ ਫਿਰ ਮਨਪ੍ਰੀਤ ਸਿੰਘ ਇਆਲੀ ਬਣੂਗਾ, ਜਾਂ ਕੋਈ ਹੋਰ ਬਣੂਗਾ। ਸਿਮਰਨਜੀਤ ਸਿੰਘ ਮਾਨ ਤਾਂ ਆਪਣੇ ਇੰਟਰਵਿਊ ਦੇ ਵਿੱਚ ਇਹ ਵੀ ਸੁਜੈਸ਼ਨ ਦੇ ਚੁੱਕੇ ਆ ਸੁਖਬੀਰ ਬਾਦਲ ਨੂੰ ਕਿ ਮਨਪ੍ਰੀਤ ਇਆਲੀ ਨੂੰ ਬਣਾ ਦਿਓ ਪ੍ਰਧਾਨ। ਨਹੀਂ, ਦੇਣਾ ਪਊਗਾ। ਦੇਖੋ, ਸੁਖਬੀਰ ਸਿੰਘ ਬਾਦਲ ਨੂੰ ਮੌਕਾ ਮਿਲਿਆ, ਹਾਰ ਗਿਆ। 17 ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਆ ਗਈ, 22 ਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ। ਇਹਨਾਂ ਤੋਂ ਸ਼੍ਰੋਮਣੀ ਕਮੇਟੀ ਦਾ ਵੀ ਡਰ ਆ ਵੀ ਜੇ ਕੱਲ੍ਹ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਪੈ ਜਾਂਦੀਆਂ, ਸਾਡੀ ਕਿਤੇ ਉੱਥੇ ਵੀ ਫੱਟੀ ਪੋਚੀ ਜਾਵੇ। ਇਹ ਮੰਨ ਲੈਣਾ ਚਾਹੀਦਾ ਬਾਦਲ ਪਰਿਵਾਰ ਨੂੰ ਕਿ ਹੁਣ
ਪੰਥ ਤੁਹਾਨੂੰ ਪ੍ਰਵਾਨ ਨਹੀਂ ਕਰਦਾ, ਤੁਸੀਂ ਮਨਜ਼ੂਰ ਨਹੀਂ ਹੋ, ਤੁਹਾਡੇ ਤੇ ਬਹੁਤ ਸਾਰੇ ਐਲੀਗੇਸ਼ਨ ਲੱਗ ਚੁੱਕੇ ਨੇ, ਤੁਹਾਨੂੰ ਇੱਕ ਨਵਾਂ ਰੂਪ ਦੇਣਾ ਪੈਣਾ। ਔਰ ਸਭ ਤੋਂ ਵੱਡੀ ਗੱਲ 2007 ਜਾਂ 8 ਦੇ ਵਿੱਚ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣਿਆ, ਹੁਣ 14 ਸਾਲ ਤੋਂ ਪਾਰਟੀ ਦਾ ਪ੍ਰਧਾਨ ਬਣਿਆ ਹੋਵੇ ਔਰ ਪਾਰਟੀ ਦਾ ਗ੍ਰਾਫ ਦੇਖੋ ਕਿੱਥੇ ਆ ਕੇ ਚੱਲ ਗਿਆ, ਤੁਹਾਡੇ ਕੋਲ 3 ਵਿਧਾਇਕ ਰਹੇ ਤੇ ਬਦਲਣਾ ਪਊਗਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਡੀ ਜ਼ਮਾਨਤ ਜ਼ਬਤ ਹੋ ਗਈ, ਬੀਜੇਪੀ ਦੀ ਜ਼ਮਾਨਤ ਜ਼ਬਤ ਹੋ ਗਈ, ਕਾਂਗਰਸ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਗਈ, ਸ਼੍ਰੋਮਣੀ ਅਕਾਲੀ ਦਲ ਦੀ ਜ਼ਮਾਨਤ ਜ਼ਬਤ ਹੋ ਗਈ, ਤੇ ਇਸ ਤੋਂ ਵੱਡਾ ਤੁਹਾਡੇ ਵਾਸਤੇ ਲੈਸਨ ਕੀ ਹੋਇਆ? ਤਾਂ ਇਸੇ ਦੇ ਨਾਲ ਜੇ ਅਸੀਂ ਕਾਂਗਰਸ ਦੀ ਗੱਲ ਕਰੀਏ, ਰਾਜਾ ਵੜਿੰਗ ਨੇ ਜੋ ਗੱਲਾਂ ਕੀਤੀਆਂ, ਦਾਅਵੇ ਕੀਤੇ, ਦਲਵੀਰ ਗੋਲਡੀ ਕਹਿੰਦੇ ਉਹਨਾਂ ਨੂੰ ਤਾਂ ਟਰੋਲ ਵੀ ਹੁਣ ਕੀਤਾ ਜਾ ਰਿਹਾ ਵੀ 3 ਮਹੀਨਿਆਂ 'ਚ 2 ਚੋਣਾਂ ਹਾਰ ਗਏ। ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਰਾਜਾ ਅਮਰਿੰਦਰ ਸਿੰਘ ਵੜਿੰਗ ਵਾਸਤੇ ਵੀ ਪ੍ਰਧਾਨ ਬਣਿਆ ਹੈਗਾ ਇੱਕ ਵੱਡਾ ਟੈਸਟ ਹੀ। ਠੀਕ ਹੈ, ਜਿੱਤ ਹਾਰ ਹੁੰਦੀ, ਲੇਕਿਨ ਪਾਰਟੀ ਦੀ ਇੱਜ਼ਤ ਤਾਂ ਵੀ ਬਚਦੀ, ਘੱਟੋ ਘੱਟ ਜ਼ਮਾਨਤ ਤੇ ਬਚ ਜਾਂਦੀ ਹੈਗੀ। ਤੇ ਮੈਨੂੰ ਲੱਗਦਾ ਹੈਗਾ ਕਿ ਲੋਕਾਂ ਨੇ ਮਨਜ਼ੂਰ ਨਹੀਂ ਕੀਤਾ ਗਾ। ਦਲਬੀਰ ਸਿੰਘ ਗੋਲਡੀ ਦਾ ਜਿੱਥੋਂ ਤੱਕ ਸਵਾਲ ਹੈ, ਦੇਖੋ ਉਹਦੀ ਪਹਿਲਾਂ ਲੜਾਈ ਭਗਵੰਤ ਮਾਨ ਨਾਲ, ਫਿਰ ਲੜਾਈ ਉਹਦੀ ਭਗਵੰਤ ਮਾਨ ਤੇ ਸਿਮਰਜੀਤ ਮਾਨ ਨਾਲ, ਔਰ ਇਸ ਵਾਰ ਲੋਕਾਂ ਨੇ ਪਹਿਲਾਂ ਹੀ ਡਿਸਾਈਡ ਕਰ ਲਿਆ ਸੀ। ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਲੋਕਾਂ ਨੇ ਫੈਸਲਾ ਕਰ ਲਿਆ ਸੀ ਕਾਨੂੰਨ ਵਿਵਸਥਾ ਨੂੰ ਲੈ ਕੇ, ਚਾਹੇ ਸਿੱਧੂ ਮੂਸੇਵਾਲੇ ਦਾ ਕਤਲ ਦੀ ਗੱਲ ਹੋ ਜੇ, ਨਾਲ ਦੀ ਨਾਲ ਦੀਪ ਸਿੱਧੂ ਵਾਲਾ ਮਸਲਾ ਜੁੜ ਗਿਆ, ਨਾਲ ਉਹ ਜਿਹੜਾ ਸੰਦੀਪ ਅੰਬੀਆਂ ਕਬੱਡੀ ਖਿਡਾਰੀ ਉਹਦਾ ਮਸਲਾ ਜੁੜ ਗਿਆ। ਮੈਨੂੰ ਲੱਗਦਾ ਉਹ ਜਿਹੜਾ ਵੱਡਾ ਫੈਕਟਰ ਹੈਗਾ ਉਹ ਕਿਤੇ ਨਾ ਕਿਤੇ ਪਲੱਸ ਰਿਹਾ ਹੈਗਾ। ਪਰ ਦਲਬੀਰ ਗੋਲਡੀ ਵਾਕਈ ਕਿ ਉਹ ਬੈਡ ਲੱਕ ਹੀ ਕਹਿ ਸਕਦੇ ਕਿ ਪਹਿਲਾਂ ਵਿਧਾਨ ਸਭਾ ਹਾਰ ਗਏ ਭਗਵੰਤ ਮਾਨ ਕੋਲ, ਫਿਰ ਇੱਥੇ ਲੋਕ ਸਭਾ ਹਾਰ ਗਏ। ਪਰ ਸਵਾਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੋਲ ਕੋਈ ਉਮੀਦਵਾਰ ਸੀ, ਨਾ ਕਾਂਗਰਸ ਪਾਰਟੀ ਕੋਲ ਉਮੀਦਵਾਰ ਸੀ, ਪਰ ਘੱਟੋ ਘੱਟ ਪਾਰਟੀ ਦੀ ਜ਼ਮਾਨਤ ਤੇ ਬਚ ਜਾਂਦੀ, ਉਹ ਵੀ ਜ਼ਬਤ ਹੋ ਗਈ। ਤੇ ਮੈਨੂੰ ਲੱਗਦਾ ਕਿ ਲੋਕਾਂ ਨੇ ਰਾਜਾ ਅਮਰਿੰਦਰ ਸਿੰਘ ਵੜਿੰਗ ਗੱਲਾਂ ਸੋਹਣੀਆਂ ਕਰ ਲੈਂਦੇ ਨੇ, ਭਗਵੰਤ ਮਾਨ ਵੀ ਗੱਲਾਂ ਸੋਹਣੀਆਂ ਕਰ ਲੈਂਦੇ। ਹੁਣ ਭਗਵੰਤ ਮਾਨ ਵਿਧਾਨ ਸਭਾ 'ਚ ਬੋਲਦਾ ਹੈਗਾ ਕਿ ਮੈਨੂੰ ਬਥੇਰੇ ਚੁੱਪ ਕਰਾਉਣੇ ਹੁੰਦੇ ਨੇ, ਬਥੇਰੇ ਗੱਲਾਂ ਦੇ ਨਾਲ ਤੁਸੀਂ ਗੱਲਾਂ ਦੇ ਗੱਲੜੀ ਹੋ ਸਕਦੇ ਹੋ, ਤੁਸੀਂ ਚੁੱਪ ਕਰਾ ਸਕਦੇ, ਪਰ ਲੋਕ ਕੀ ਮੰਗਦੇ ਨੇ? ਲੋਕ ਕੰਮ ਮੰਗਦੇ ਨੇ, ਉੱਥੇ ਗੱਲਾਂ ਨਹੀਂ ਮੰਗਦੇ ਨਾ। ਤੇ ਹੁਣ ਤੁਸੀਂ ਇੱਕ ਮੁੱਖ ਮੰਤਰੀ ਹੋ, ਔਰ ਮੁੱਖ ਮੰਤਰੀ ਦਾ ਕੰਮ ਲੋਕਾਂ ਨੂੰ ਹੁਣ ਹਸਾਉਣਾ ਨਹੀਂ ਆ, ਟੀਚਰਾਂ ਕਰਨੀਆਂ ਨਹੀਂ ਹੈਗੀਆਂ, ਤੁਹਾਨੂੰ ਕੁਝ ਕਰਕੇ ਦਿਖਾਉਣਾ ਪਊਗਾ। ਇਹ ਨਹੀਂ ਕਹੋਗੇ ਜੀ ਅਸੀਂ 75 ਸਾਲ ਦਾ ਸਫਾਈ ਕਿੱਦਾਂ। ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਇੱਕ ਫੈਸ਼ਨ ਬਣ ਚੁੱਕੀਆਂ, ਬਕਵਾਸ ਜ਼ਿਆਦਾ ਕਰਦੀਆਂ। ਦੇਸ਼ 75 ਸਾਲਾਂ ਦੇ ਵਿੱਚ ਬਹੁਤ ਅੱਗੇ ਵਧਿਆ ਹੈਗਾ, 75 ਸਾਲਾਂ 'ਚ ਪੰਜਾਬ ਵੀ ਬਹੁਤ ਅੱਗੇ ਵਧਿਆ ਹੈਗਾ। ਪੰਜਾਬ ਦੇ ਲੋਕਾਂ ਨੇ PGI ਬਣਾਇਆ, ਪੰਜਾਬ ਦੇ ਲੋਕਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਾਈ, ਪੰਜਾਬੀ ਯੂਨੀਵਰਸਿਟੀ ਪਟਿਆਲਾ ਬਣਾਈ, ਚੰਡੀਗੜ੍ਹ ਬਣਾਈਆਂ, ਪੈਕ ਬਣਾਇਆ ਹੈਗਾ, ਭਾਖੜਾ ਬਣਾਏਗਾ, ਜਿਹੜਾ ਭਾਖੜਾ ਬਿਆਸ BBMB ਬਣਾਇਆ ਹੈਗਾ, ਨਹਿਰਾਂ ਨਿਕਲੀਆਂ, ਸੜਕਾਂ ਨਿਕਲੀਆਂ, ਰੇਲਵੇ ਸਟੇਸ਼ਨ ਬਣੇ, ਹਸਪੀਟਲ ਬਣੇ, ਬਹੁਤ ਕੁਝ ਬਣਿਆ ਗਿਆ। ਇਹ ਐਵੇਂ ਫਾਲਤੂ ਦੀਆਂ ਗੱਲਾਂ BJP ਕਰ ਰਹੀ, ਉੱਥੇ ਹੁਣ ਇੱਥੇ ਆਮ ਆਦਮੀ ਪਾਰਟੀ ਕਰੀ ਹੈ। ਇੰਨਾ 1947 ਤੋਂ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਦੇਸ਼ ਨੇ, ਸਟੇਟ ਨੇ ਤਰੱਕੀ ਕੀਤੀ ਆ। ਆਖਰੀ ਸਵਾਲ ਭਾਜਪਾ ਨਾਲ ਜੁੜਿਆ ਕਿ ਇਸ ਚਰਚਾ ਦੇ ਵਿੱਚ ਹੁਣ ਜਿਹੜੀ ਚੋਣ ਦਾ ਨਤੀਜਾ ਆ ਗਿਆ, ਭਾਜਪਾ ਤੇ ਅਸਰ ਕੀ ਰਹਿਣ ਵਾਲਾ ਹੈ? ਦਲੀਲਾਂ ਇਹ ਦਿੱਤੀਆਂ ਜਾ ਰਹੀਆਂ, ਰਾਜਕੁਮਾਰ ਵੇਰਕਾ ਵੀ ਬਿਆਨ ਦੇ ਰਹੇ ਸੀ, ਮੀਡੀਆ ਨੂੰ ਸਾਂਝਾ ਕਰ ਰਹੇ ਸੀ, ਕਹਿੰਦੇ ਸਾਡਾ ਆਧਾਰ ਘੱਟ ਸੀ, ਹੁਣ ਤਾਂ ਵੱਧ ਰਹੇ ਹਾਂ ਅਸੀਂ, ਭਾਵੇਂ ਜ਼ਮਾਨਤ ਜ਼ਬਤ ਹੋ ਗਈ ਆ। ਉਹ ਸਾਧੂ ਸਿੰਘ ਧਰਮਸੋਤ ਦੀ ਗੱਲ ਯਾਦ ਆ ਗਈ ਜਦੋਂ ਦਿੱਲੀ ਦਾ ਰਿਜ਼ਲਟ ਆਇਆ ਤੇ ਕਹਿੰਦੇ ਸਾਡਾ ਕੀ, ਅਸੀਂ ਤੇ ਪਹਿਲਾਂ ਵੀ 0 ਸੀ, ਹੁਣ ਵੀ 0 ਹੀ ਆ ਨਾ ਜੀ। ਇਹ ਦਿਲ ਪਰਚਾਉਣ ਵਾਲੀਆਂ ਗੱਲਾਂ ਹੈਗੀਆਂ। ਪਰ ਮੈਨੂੰ ਲੱਗਦਾ ਕਿ ਲੋਕਾਂ ਨੇ ਹਾਲੇ ਨਾ ਸ਼੍ਰੋਮਣੀ ਅਕਾਲੀ ਦਲ ਨੂੰ, ਨਾ ਭਾਰਤੀ ਜਨਤਾ ਪਾਰਟੀ ਨੂੰ ਐਕਸੈਪਟ ਕਰਨਾ ਹੈਗਾ। ਔਰ ਦੇਖੋ ਭਾਰਤੀ ਜਨਤਾ ਪਾਰਟੀ ਐਡੀ ਵੱਡੀ ਪਾਰਟੀ, ਨੈਸ਼ਨਲ ਪਾਰਟੀ, ਉਹਨਾਂ ਕੋਲ ਕੋਈ ਆਪਣਾ ਬੰਦਾ ਨਹੀਂ ਹੈਗਾ। ਅੱਜ ਰਾਤ ਕੇਵਲ ਸਿੰਘ ਢਿੱਲੋਂ ਪਾਰਟੀ ਸ਼ਾਮਲ, ਅਗਲੇ ਦਿਨ ਨੂੰ ਟਿਕਟ ਦੇ ਦਿੰਦੇ ਨਾ। ਲੋਕ ਲੱਗੇ ਕਿ ਜਿਸ ਪਾਰਟੀ ਕੋਲ ਬੰਦੇ ਨਹੀਂ ਹੈਗੇ, ਅਸੀਂ ਉਹਨਾਂ ਕੋਲ ਕੀ ਲੈਣਾ ਹੈਗਾ। ਠੀਕ ਹੈ ਜੀ। ਔਰ ਡਾਕਟਰ ਰਾਜਕੁਮਾਰ ਵੇਰਕਾ ਜਾਂ ਜਿਹੜੇ ਲੋਕ ਗਏ ਨੇ, ਕਿਉਂ ਗਏ ਨੇ, ਲੋਕ ਦੱਸਦੇ ਨੇ, ਚਰਚਾ ਕਰ ਰਹੇ ਨੇ। ਭਗਵੰਤ ਮਾਨ ਨੇ ਤਾਂ ਖੁਦ ਹੀ ਕਹਿ ਦਿੱਤਾ ਸੀ ਕਿ ਸਾਨੂੰ ਪਤਾ ਲੱਗਿਆ ਕਿ ਸਵੇਰੇ 4 ਵਜੇ ਸਾਧੂ ਸਿੰਘ ਧਰਮਸੋਤ BJP 'ਚ ਸ਼ਾਮਲ ਹੈ, 3 ਵਜੇ ਫੜ ਲਿਆ। ਇਹ ਬੰਦੇ ਸਾਰੇ ਡਰ ਕੇ ਗਏ ਨੇ। ਲੇਕਿਨ BJP ਇੱਕ ਨੈਸ਼ਨਲ ਪਾਰਟੀ ਆ ਔਰ ਉਹਦੇ ਪੰਜਾਬ ਦੇ ਵਿੱਚ ਉਹਦੇ ਪੈਰ ਨਹੀਂ ਲੱਗ ਰਹੇ। ਹਾਲਾਂਕਿ ਕਿਉਂਕਿ ਹਿੰਦੂਆਂ ਦੀ ਪਾਰਟੀ ਮੰਨੀ ਜਾਂਦੀ, ਇੱਕ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਦੇ ਨੇ, ਹਿੰਦੂਤਵ ਦੀਆਂ ਗੱਲਾਂ ਕਰਦੇ ਨੇ। ਉਹ ਪੰਜਾਬ 'ਚ ਸਿੱਖ ਚਿਹਰੇ ਇਕੱਠੇ ਕਰ ਰਹੀ ਹੈ। ਉਹ ਲੱਗਦਾ ਕਿ ਅਕਾਲੀ ਦਲ ਨਾਲੋਂ ਜਿਹੜਾ ਨਾਤਾ ਟੁੱਟਿਆ ਗਿਆ, ਜਿੰਨੇ ਕਿ ਅਕਾਲੀ ਦਲ ਦੀ ਸਾਨੂੰ ਲੋੜ ਸੀ ਉਹਨੇ ਕਿ ਅਸੀਂ ਸਿੱਖ ਚਿਹਰੇ ਸ਼ਾਮਲ ਕਰ ਲੈਂਦੇ ਹੈਗੇ ਆ। ਪਰ ਮੈਨੂੰ ਲੱਗਦਾ ਕਿ ਉਹਨਾਂ ਦੀ ਦਾਲ ਨਹੀਂ ਗਲੀ। ਪਰ ਸਭ ਤੋਂ ਵੱਡੀ ਗੱਲ ਹੈ ਕਿ 3 ਪਾਰਟੀਆਂ ਦੀ, 2 ਨੈਸ਼ਨਲ ਪਾਰਟੀਆਂ, ਤੀਜੀ ਹਿੰਦੁਸਤਾਨ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ, ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ, ਇਹ ਤਿੰਨਾਂ ਦੀਆਂ ਜਿਹੜੀਆਂ ਜ਼ਮਾਨਤਾਂ ਜ਼ਬਤ ਹੋਣੀਆਂ, ਆਪਣੇ ਆਪ 'ਚ ਹੀ ਪੜਚੋਲ ਕਰਨ ਦੀ ਲੋੜ ਆ। ਮੈਨੂੰ ਲੱਗਦਾ ਸੁਖਬੀਰ ਸਿੰਘ ਬਾਦਲ ਤੇ ਫਿਰ ਉੱਠਣਗੀਆਂ ਗੱਲਾਂ ਕਿ ਪਹਿਲੀ ਗੱਲ ਤੈਨੂੰ ਆਪਣਾ ਬੰਦਾ ਨਹੀਂ ਲੱਭਿਆ, ਰਾਜੂਆਣਾ ਦੀ ਭੈਣ ਨੂੰ
ਤੁਸੀਂ ਖੜਾ ਕੀਤਾ, ਬੰਦੀ ਸਿੰਘਾਂ ਦੀ ਗੱਲ ਕੀਤੀ। ਪਹਿਲਾਂ ਤੁਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਖਤਰਨਾਕ ਅੱਤਵਾਦੀ ਕਹਿੰਦੇ ਸੀ, ਜਗਤਾਰ ਸਿੰਘ ਹਵਾਰਾ ਨੂੰ ਕਹਿੰਦੇ ਕਿ ਕਾਤਲ ਲੋਕ ਪੰਥ ਦੀ ਅਗਵਾਈ ਕਰਨਗੇ। ਫਿਰ ਤੁਸੀਂ ਉਹਨਾਂ ਨੂੰ ਹਵਾਰਾ ਸਾਹਿਬ, ਭੁੱਲਰ ਸਾਹਿਬ, ਰਾਜੋਆਣਾ ਸਾਹਿਬ ਕਹਿਣ ਲੱਗ ਪਏ ਨੇ। ਲੋਕ ਹੁਣ ਜਾਣ ਚੁੱਕੇ ਹੈਗੇ। ਤੇ ਮੈਨੂੰ ਲੱਗਦਾ ਕਿ ਸਭ ਤੋਂ ਵੱਡੀ ਇਹੀ ਆ ਕਿ ਮਾਨ ਦਾ ਜਿਹੜਾ ਸਿਮਰਜੀਤ ਸਿੰਘ ਮਾਨ ਦਾ ਜਿਹੜਾ ਜਿੱਤਣਾ ਹੈਗਾ, ਜਿਸ ਤਰ੍ਹਾਂ ਦੀ ਉਹ ਵਿਚਾਰਧਾਰਾ ਲੈ ਕੇ ਚੱਲ ਰਹੇ ਨੇ ਔਰ ਜਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਮਾਹੌਲ ਸਿਰਜਿਆ ਜਾ ਰਿਹਾ ਜਾਂ ਨਰੇਟਿਵ ਪੇਸ਼ ਕੀਤਾ ਜਾ ਰਿਹਾ, ਉਹਨਾਂ ਹਾਲਾਤਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਗੌਰਮੈਂਟ ਆਫ ਇੰਡੀਆ ਹੋਰ ਅਲਰਟ ਹੋਏਗੀ ਔਰ ਪੰਜਾਬ ਨੂੰ ਜਾਣ ਕੇ ਸਿਮਰਜੀਤ ਸਿੰਘ ਮਾਨ ਦੀ ਜਿੱਤ ਤੋਂ ਬਾਅਦ ਪੰਜਾਬ ਨੂੰ ਇੱਕ ਡਰ ਦੇ ਮਾਹੌਲ ਦੇ ਵਿੱਚ, ਸਹਿਮ ਦੇ ਮਾਹੌਲ ਦੇ ਵਿੱਚ ਧਕੇਲਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿ ਸਿਮਰਜੀਤ ਮਾਨ ਦੀ ਜਿਹੜੀ ਫਿਲਾਸਫੀ ਆ ਉਹਨੂੰ ਖਾਲਿਸਤਾਨ ਨਾਲ ਜੋੜ ਕੇ ਹੁਣ ਜਾਣ ਬੁੱਝ ਕੇ ਪੇਸ਼ ਕੀਤਾ ਜਾਊਗਾ। ਕਿਉਂਕਿ ਅੱਜ ਦੀਆਂ ਅਖਬਾਰਾਂ ਦੇ ਵਿੱਚ ਜਿਹੜੇ ਜੰਮੂ ਕਸ਼ਮੀਰ ਦੇ ਜਿਹੜੇ ਗਵਰਨਰ ਰਹਿ ਚੁੱਕੇ ਨੇ ਐਨ ਵੋਹਰਾ, ਉਹਨਾਂ ਵੀ ਖਾਲਿਸਤਾਨ ਦੀ ਗੱਲ ਕੀਤੀ ਹੈਗੀ, ਜਦ ਕਿ ਖਾਲਿਸਤਾਨ ਦਾ ਕੋਈ ਰੌਲਾ ਨਹੀਂ ਹੈਗਾ। ਲੇਕਿਨ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਹੁਣ ਜਿੱਤ ਤੋਂ ਬਾਅਦ ਇੱਦਾਂ ਦਾ ਜਿਹੜਾ ਮਾਹੌਲ ਸਿਰਜਿਆ ਜਾਊਗਾ, ਪੰਜਾਬ ਨੂੰ ਇੱਕ ਡਰ ਦੇ ਮਾਹੌਲ 'ਚ ਧਕੇਲਿਆ ਜਾਊਗਾ। ਪਰ ਇਹ ਹੁਣ ਕਿ ਸਿਮਰਜੀਤ ਸਿੰਘ ਮਾਨ ਪਾਰਲੀਮੈਂਟ, ਕਿਉਂਕਿ ਤੀਜੀ ਵਾਰ ਮੌਕਾ ਮਿਲ ਗਿਆ, 1999 'ਚ ਤਰਨਤਾਰਨ ਦੇ ਲੋਕਾਂ ਨੇ ਜਿੱਤਾਇਆ, ਫਿਰ 99 'ਚ ਸੰਗਰੂਰ ਦੇ ਲੋਕਾਂ ਨੇ, ਇਹ ਹੁਣ ਤੀਜੀ ਵਾਰ ਲੋਕ ਸਭਾ ਮੈਂਬਰ ਬਣੇ। ਪਾਰਲੀਮੈਂਟ ਦੇ ਵਿੱਚ ਗੱਲ ਕੀ ਕਰਦੇ, ਕਿਉਂਕਿ ਉਹਨਾਂ ਦੀ ਜਿਹੜੀ ਪਹਿਲੀ ਸਟੇਟਮੈਂਟ ਆਈ ਜਿੱਤਣ ਤੋਂ ਬਾਅਦ, ਉਹਨਾਂ ਨੂੰ ਤਾਂ ਸੰਗਰੂਰ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ। ਲੇਕਿਨ ਉਹਨਾਂ ਨਾਲ ਦੇ ਨਾਲ ਸਿੱਧੂ ਮੂਸੇਵਾਲਾ, ਦੀਪ ਸਿੱਧੂ ਦੇ ਨਾਲ ਜੋੜ ਕੇ ਕੀਤਾ ਹੈਗਾ ਕਿਤੇ ਨਾ ਕਿਤੇ, ਕਿਉਂਕਿ ਤੁਸੀਂ ਹੁਣ ਤੁਹਾਡੇ ਜਿਹੜੇ ਲੋਕ ਧੰਨਵਾਦੀ ਤੁਹਾਨੂੰ ਸੰਗਰੂਰ ਦੇ ਲੋਕਾਂ ਦਾ ਹੋਣਾ ਚਾਹੀਦਾ। ਸੰਗਰੂਰ ਦੇ ਵਿੱਚ ਹਰ ਕੋਈ ਵੱਸਦਾ, ਉੱਥੇ ਮੁਸਲਮਾਨ ਵੀ ਵੱਸਦਾ, ਉੱਥੇ ਹਿੰਦੂ ਵੀ ਵੱਸਦਾ, ਉੱਥੇ ਸਿੱਖ ਵੀ ਵੱਸਦਾ ਹੈ। ਅਤੇ ਮੈਨੂੰ ਲੱਗਦਾ ਕਿ ਹੁਣ ਸਿਮਰਜੀਤ ਸਿੰਘ ਮਾਨ ਨੂੰ ਇੱਕ ਵੱਡੀ ਵਿਚਾਰਧਾਰਾ ਜਿਹੜੀ ਉਹ ਹੋਣੀ ਚਾਹੀਦੀ ਆ, ਪੰਜਾਬੀ ਅਤੇ ਪੰਜਾਬੀਅਤ ਵਿਚਾਰਧਾਰਾ ਹੋਣੀ ਚਾਹੀਦੀ ਆ, ਤਾਂ ਲੋਕ ਦੂਜੀ ਵਾਰ ਤੁਹਾਨੂੰ ਮਾਣ ਬਖਸ਼ਣਗੇ। ਅੱਜ ਤੇ ਤੁਸੀਂ ਇੱਕ ਜਿੱਤੇ, ਕੀ ਪਤਾ 24 ਦੇ ਵਿੱਚ ਤੁਹਾਡੀਆਂ ਸੀਟਾਂ ਹੋਰ ਆ ਜਾਣ, 27 ਦੇ ਵਿੱਚ ਤੁਸੀਂ ਸੱਤਾ 'ਚ ਆ ਸਕਦੇ ਨਾ। ਜੇ ਚੰਗੀ ਵਿਚਾਰਧਾਰਾ ਹੋਊਗੀ ਤਾਂ ਲਾਜ਼ਮੀ ਤੌਰ 'ਤੇ ਜਿਹੜੇ ਸੰਗਰੂਰ ਦੇ ਲੋਕ ਕਹਿਣਗੇ ਕਿ ਪਹਿਲਾਂ ਹੀ ਭਗਵੰਤ ਮਾਨ ਦੀ ਟੀਮ ਨੂੰ ਜਿਤਾ ਕੇ ਗਲਤੀ ਕੀਤੀ, ਕਿਤੇ ਬਾਅਦ 'ਚ ਇਹ ਨਾ ਪਛਤਾਵਾ ਕਰਨਗੇ ਮਾਨ ਨੂੰ ਜਿਤਾ ਕੇ ਗਲਤੀ ਕੀਤੀ। ਜੀ ਬਹੁਤ ਸ਼ੁਕਰੀਆ ਜੀ, ਧੰਨਵਾਦ। ਤਾਂ ਅਸੀਂ ਇਸ ਮੁੱਦੇ ਦੇ ਉੱਤੇ ਚਰਚਾ ਇਸ ਕਰਕੇ ਕੀਤੀ ਹੈ ਕਿ ਇਸ ਦੇ ਨਾਲ ਸਿਆਸਤ ਦੇ ਉੱਤੇ ਅਸਰ ਕੀ ਹੋਣਾ ਹੈ, ਕਿਹੜੀ ਪਾਰਟੀ ਨੂੰ ਕਿਸ ਤਰੀਕੇ ਨਾਲ ਪ੍ਰਭਾਵ ਪੈਣਾ ਹੈ ਔਰ ਲੋਕਾਂ ਦੇ ਲਈ ਜੋ ਉਮੀਦਾਂ ਨੇ ਉਹ ਕਿਵੇਂ ਪੂਰੀਆਂ ਹੋਣਗੀਆਂ। ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੌਣ ਕੀ ਕਰਦਾ ਹੈ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਧੂਕਾ, ABC ਪੰਜਾਬ, ਚੰਡੀਗੜ੍ਹ।